Students, myself Sarita, biology lecturer, Government Girls Senior Secondary School, Jandiala. Today we will study the next theory of evolution, that is Hugo de Verre's mutation theory. So first of all, ਜਿਹੜਾ ਸਾਨੂੰ mutation ਪਤਾ ਹੋਣਾ ਚਾਹੀਦਾ ਕੀ ਹੈ. Mutation means ਕਿ ਜੈਨੇਟਿਕ ਮੇਕਅਪ ਆਫ ਦਾ ਕ੍ਰੋਮੋਸੋਮਸ ਦੇ ਵਿੱਚ ਕੋਈ ਵੀ ਚੇਂਜ ਆ ਜਾਂਦੀ ਹੈ, that is known as mutation. It may be change in the chromosome ਦੇ ਨੰਬਰ ਦੇ ਵਿੱਚ ਚੇਂਜ ਹੋ ਸਕਦੀ, ਇਸ ਦੇ ਸਟਰਕਚਰ ਦੇ ਵਿੱਚ ਚੇਂਜ ਹੋ ਸਕਦੀ, ਸ਼ੇਪ ਦੇ ਵਿੱਚ ਚੇਂਜ ਹੋ ਸਕਦੀ, ਜਾਂ ਫਿਰ ਇਹਦੇ ਵਿੱਚ ਜਿਹੜਾ DNA ਹੈ ਜੈਨੇਟਿਕ ਮਟੀਰੀਅਲ ਉਹਦੇ ਨਿਊਕਲੀਓਟਾਈਡਸ ਵਿੱਚ ਚੇਂਜ ਹੋ ਸਕਦੀ. ਸੋ ਦਿਸ ਇਜ਼ ਅ ਮਿਊਟੇਸ਼ਨ. ਹੁਣ ਜਿਹੜੀ ਮਿਊਟੇਸ਼ਨ ਥਿਊਰੀ ਹੈ that was given by Hugo de Verre's in 1901, 100 years after this Mendel's ਤੋਂ ਬਾਅਦ ਇਹ ਥਿਊਰੀ ਦਿੱਤੀ ਗਈ. ਔਰ ਜਿਹੜੀ ਇਹਨਾਂ ਦੀ ਬੁੱਕ ਹੈ that is Species and Varieties, their origin by mutation, ਉਹਦੇ that is the name of the book. ਔਰ ਜਿਸ ਪਲਾਂਟ 'ਤੇ ਕੰਮ ਕੀਤਾ ਗਿਆ that was known as evening primrose plant, or scientifically it is known as Oenothera lamarckiana. ਸੋ ਐਕਸਪੈਰੀਮੈਂਟ ਦੇ ਵਿੱਚ ਕੀ ਕੀਤਾ ਗਿਆ ਕਿ ਜਿਹੜੇ ਇਹਨਾਂ ਦਾ ਜਿਹੜਾ ਗਾਰਡਨ ਸੀ ਉਹਦੇ ਵਿੱਚ ਇਹ ਪਲਾਂਟਸ ਗਰੋ ਸੀ, ਔਰ ਇਹ ਪਲਾਂਟਸ ਨੂੰ ਬਾਰ-ਬਾਰ ਸੈਲਫ ਪੋਲੀਨੇਸ਼ਨ ਕੀਤੀ ਗਈ. ਮੀਨਸ ਕਿ ਪਲਾਂਟ ਹੈ ਔਰ ਉਹਦੀ ਜਿਹੜੀ ਮੀਨਸ ਸੈਲਫ ਪੋਲੀਨੇਸ਼ਨ ਤੋਂ ਬਾਅਦ ਜਿਹੜਾ ਪਲਾਂਟ ਓਬਟੇਨ ਹੋਇਆ, ਫਿਰ ਉਸ ਤੋਂ ਬਾਅਦ ਉਹਦੀ ਫਿਰ ਸੈਲਫ ਪੋਲੀਨੇਸ਼ਨ ਕੀਤੀ ਗਈ. ਫੋਰ ਮੈਨੀ ਜਨਰੇਸ਼ਨ ਦਿਸ ਵਾਸ ਕੈਰੀਡ ਆਊਟ. ਪਲਾਂਟਸ ਜਿਹੜੇ ਨੈਕਸਟ ਜਨਰੇਸ਼ਨ ਦੇ ਸੀ ਅਗੇਨ ਸੈਲਫ ਪੋਲੀਨੇਸ਼ਨ ਕੀਤੀ ਗਈ ਟੂ ਓਬਟੇਨ ਦ ਸੈਕੰਡ ਜਨਰੇਸ਼ਨ. ਦਿਸ ਪ੍ਰੋਸੈਸ ਵਾਸ ਰਿਪੀਟਡ ਫੋਰ ਮੈਨੀ ਜਨਰੇਸ਼ਨਸ. ਦਿਸ ਇਜ਼ Oenothera lamarckiana. So key observations that were obtained by Hugo de Verre's. So here majority of the ਜਿਹੜੇ plants ਸੀ first generation ਦੇ were found to be like the parental. ਜਦੋਂ ਪਹਿਲੀ ਜਨਰੇਸ਼ਨ ਦੇ ਵਿੱਚ ਕਾਫੀ ਸਾਰੇ ਇਸ ਤਰ੍ਹਾਂ ਦੇ ਪਲਾਂਟ ਸੀ ਜਿਹੜੇ ਕਿ ਪੇਰੈਂਟਸ ਨਾਲ ਰਿਜ਼ੈਂਬਲ ਕਰਦੇ ਸੀ, ਜਿਸ ਤਰ੍ਹਾਂ ਕਿ ਦਿਸ ਇਜ਼ ਅ ਨੋਰਮਲ ਪਲਾਂਟ, ਅਤੇ ਜਿਹੜੇ ਇਹਦੇ ਵਿੱਚ ਕਾਫੀ ਪਲਾਂਟਸ ਇਸ ਤਰ੍ਹਾਂ ਜਿਹੜੇ ਪੇਰੈਂਟਸ ਨਾਲ ਮੈਚ ਕਰਦੇ ਸੀ ਲਾਈਕ ਦੈਮ. ਔਰ ਕਈ ਜਿਹੜੇ ਉਹਨਾਂ ਦੇ ਵਿੱਚ ਵੇਰੀਏਸ਼ਨ ਸੀ, ਮਾਈਨਰ ਵੇਰੀਏਸ਼ਨ ਸੀਗੀਆਂ ਦੂਸਰੇ ਪਲਾਂਟਸ ਦੇ ਵਿੱਚ, ਲਾਈਕ ਫਲਾਵਰ ਸਾਈਜ਼, ਸ਼ੇਪ, ਸਾਈਜ਼ ਹੈ ਜਿਹੜਾ ਸੀਡਸ ਦਾ ਉਹ ਚੇਂਜ ਹੋ ਗਿਆ. ਸੋ ਜਿਹੜੇ ਡਿਫਰੈਂਟ ਪਲਾਂਟਸ ਓਬਟੇਨ ਕੀਤੇ ਗਏ ਉਹਨਾਂ ਨੂੰ ਪ੍ਰਾਇਮਰੀ ਜਾਂ ਐਲੀਮੈਂਟਰੀ ਸਪੀਸੀਜ਼ ਕਿਹਾ ਗਿਆ. ਫਿਰ ਇਹ ਜਿਹੜੀਆਂ ਚੇਂਜਿਸ ਆਈਆਂ ਸੀਗੀਆਂ ਉਹਨਾਂ ਪਲਾਂਟਸ ਦੇ ਵਿੱਚ ਸੈਕੰਡ ਜਨਰੇਸ਼ਨ ਦੇ ਲਈ ਦੇ ਵਾਸ ਅਗੇਨ ਸੈਲਫ ਪੋਲੀਨੇਟਡ. ਫਿਰ ਉਹਨਾਂ ਤੋਂ ਜਿਹੜੇ ਰਿਜ਼ਲਟਸ ਓਬਟੇਨ ਕੀਤੇ ਗਏ, ਫਿਰ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਨੋਰਮਲ ਨੋਟ ਦਾ ਨੋਰਮਲ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਚੇਂਜਿਸ ਸੀ, ਵੇਰੀਏਸ਼ਨ ਸੀ, ਦੇ ਵਰ ਅਗੇਨ ਸੈਲਫ ਪੋਲੀਨੇਟਡ. ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਸਪੀਸੀਜ਼ ਜਿਹੜੀਆਂ ਇਹਦੀਆਂ ਓਬਟੇਨ ਕੀਤੀਆਂ ਗਈਆਂ. ਸੋ ਨਿਊ ਸਪੀਸੀਜ਼ ਜਿਸ ਤਰ੍ਹਾਂ Oenothera gigas ਵਾਸ ਪ੍ਰੋਡਿਊਸਡ. ਅਤੇ ਕੀ ਨੋਟ ਕੀਤਾ ਗਿਆ ਕਿ ਜਿਹੜੀ ਨੂਮੈਰੀਕਲ ਚੇਂਜ ਜਿਹੜਾ ਨੋਰਮਲ ਕ੍ਰੋਮੋਸੋਮਲ ਨੰਬਰ 2n that was 14 in the normal plant, ਔਰ ਜਿਹੜੇ ਨਿਊ ਪਲਾਂਟਸ ਉਹ ਐਲੀਮੈਂਟਰੀ ਸਪੀਸੀਜ਼ ਸੀ they were having the different chromosomal number ਸੀ, ਜਿਸ ਤਰ੍ਹਾਂ ਕਿ 16, 20, 22, 28, 30. ਸੋ ਨੋਰਮਲ ਨੰਬਰ ਆਫ ਕ੍ਰੋਮੋਸੋਮਸ ਤੋਂ that was different from that. ਸੋ ਹੇਅਰ ਐਕਸਪਲੇਨ ਕੀਤਾ ਗਿਆ ਦ ਸੇਮ ਥਿੰਗ ਕਿ ਇਹ ਨੋਰਮਲ ਪਲਾਂਟ ਹੈ ਔਰ ਸੈਲਫ ਪੋਲੀਨੇਸ਼ਨ ਕੀਤੀ ਗਈ ਇਹਨਾਂ ਦੇ ਵਿੱਚ, ਔਰ ਇਹਨਾਂ ਦੀਆਂ ਸੀਡਸ ਓਬਟੇਨ ਹੋਈਆਂ. ਉਸ ਤੋਂ ਬਾਅਦ ਕੁਛ ਕੁ ਤੇ ਇਹਨਾਂ ਦੇ ਵਿੱਚ ਜਦੋਂ ਇਹਨਾਂ ਨੂੰ ਸੀਡਸ ਨੂੰ ਗਰੋ ਕੀਤਾ ਗਿਆ ਅਤੇ ਨੋਰਮਲ ਪਲਾਂਟਸ ਓਬਟੇਨ ਕੀਤੇ ਗਏ. ਐਂਡ ਜਿਹੜੇ ਥੋੜ੍ਹੇ ਜਿਹੇ ਡਿਫਰੈਂਟ ਸੀ ਦੈਟ ਵਰ ਦਾ ਐਲੀਮੈਂਟਰੀ ਸਪੀਸੀਜ਼ ਉਹਨਾਂ ਨੂੰ ਕਿਹਾ ਗਿਆ. ਔਰ ਇਹਨਾਂ ਦੇ ਵਿੱਚ ਜੇ ਫਿਰ ਸੈਲਫ ਪੋਲੀਨੇਸ਼ਨ ਕੀਤੀ ਗਈ ਕਿ ਉਹਨਾਂ ਦੇ ਵਿੱਚ ਫਿਰ ਕੁਛ ਕੁ ਤੇ ਮੈਜੋਰਿਟੀ ਜਿਹੜੇ ਡਿਫਰੈਂਟ ਪਲਾਂਟਸ ਆ ਗਏ, ਔਰ ਕੁਛ ਕਿਸ ਤਰ੍ਹਾਂ ਦੇ ਆਏ ਹੋਰ ਡਿਫਰੈਂਟ ਪਲਾਂਟਸ ਬਣ ਗਏ. ਅਗੇਨ ਫਿਰ ਡਿਫਰੈਂਟ ਪਲਾਂਟਸ ਦੀ ਪੋਲੀਨੇਸ਼ਨ ਕੀਤੀ ਗਈ, ਔਰ ਔਨ ਦੀ ਅਦਰ ਹੈਂਡ ਜਿਹੜੇ ਨੋਰਮਲ ਪਲਾਂਟਸ ਸੀ ਉਹਨਾਂ ਵਿੱਚ ਨੋਰਮਲ ਪਲਾਂਟਸ ਆਏ, ਉਹਨਾਂ ਦੇ ਵਿੱਚ ਵੀ ਡਿਫਰੈਂਟ ਪਲਾਂਟਸ ਆਏ. ਮੀਨਸ ਕਿ ਸੈਲਫ ਪੋਲੀਨੇਸ਼ਨ ਤੋਂ ਬਾਅਦ ਥੋੜ੍ਹੀ ਵੇਰੀਏਸ਼ਨਸ ਆ ਰਹੀਆਂ ਸੀ ਔਰ ਡਿਫਰੈਂਟ ਪਲਾਂਟਸ ਓਬਟੇਨ ਹੋ ਰਹੇ ਸੀ. ਨਾਓ ਨੈਕਸਟ
ਆਫਟਰ ਆਬਜ਼ਰਵੇਸ਼ਨਸ ਤੋਂ ਕੀ ਓਬਟੇਨ ਕੀਤਾ ਗਿਆ ਕਿ ਸਟੇਟਮੈਂਟ ਆਫ ਡੀ ਵਰਾਈਸ ਥਿਊਰੀ ਨਿਊ ਸਪੀਸੀਜ਼ ਅਰਾਈਜ਼ ਫਰੋਮ ਦ ਪ੍ਰੀ ਐਗਜ਼ਿਸਟਿੰਗ ਵਨਸ ਇਨ ਅ ਸਿੰਗਲ ਜਨਰੇਸ਼ਨ ਬਾਈ ਸਡਨ ਅਪੀਅਰੈਂਸ ਆਫ ਮਾਰਕਡ ਡਿਫਰੈਂਸ ਕਿ ਜਿਹੜੀਆਂ ਨਿਊ ਸਪੀਸੀਜ਼ ਬਣਦੀਆਂ ਉਹ ਪੇਰੈਂਟਸ ਤੋਂ ਡਿਫਰ ਕਰਦੀਆਂ ਔਰ ਉਹਨਾਂ ਦੇ ਵਿੱਚ ਕੋਈ ਸਡਨ ਜਿਹੜੀ ਡਿਫਰੈਂਸਿਸ ਆ ਜਾਂਦੀਆਂ ਜਾਂ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਡਨ ਅਪੀਅਰੈਂਸ ਆ ਜਾਂਦੇ ਆ ਕੈਰੈਕਟਰਸ ਦੀ ਜਿਹੜੇ ਕਿ ਪੇਰੈਂਟਸ ਤੋਂ ਡਿਫਰੈਂਟ ਹੈ ਸੋ ਥੋੜ੍ਹੀ ਉਹਨਾਂ ਦੇ ਵਿੱਚ ਚੇਂਜਿਸ ਆ ਗਈਆਂ ਦੈਟ ਇਜ਼ ਨੋਨ ਐਜ਼ ਮਿਊਟੇਸ਼ਨਸ ਸੋ ਵਾਟ ਵਰ ਦਾ ਕਨਕਲੂਜਨਸ ਮੇਨ ਪੁਆਇੰਟਸ ਕੀ ਹੈ ਮਿਊਟੇਸ਼ਨ ਥਿਊਰੀ ਦੇ ਕਿ ਐਵੋਲੂਸ਼ਨ ਜਿਹੜੀ ਹੈ ਇਜ਼ ਅ ਡਿਸਕੰਟੀਨਿਊਸ ਪ੍ਰੋਸੈਸ ਔਰ ਅਕਰਸ ਬਾਈ ਮਿਊਟੇਸ਼ਨ ਦੇ ਨਾਲ ਹੁੰਦੀ ਹੈ ਇੰਡੀਵਿਜੂਅਲਸ ਵਿਦ ਮਿਊਟੇਸ਼ਨਸ ਆਰ ਕੋਲਡ ਮਿਊਟੈਂਟ ਸੋ ਇਹ ਜਿਹੜੀਆਂ ਚੇਂਜਿਸ ਹੋ ਰਹੀਆਂ ਐਵੋਲੂਸ਼ਨ ਹੋ ਰਹੀ ਹੈ ਜਾਂ ਇੰਡੀਵਿਜੂਅਲਸ ਦੇ ਵਿੱਚ ਚੇਂਜਿਸ ਆ ਰਹੀਆਂ ਦੈਟ ਇਜ਼ ਡਿਊ ਟੂ ਮਿਊਟੇਸ਼ਨਸ ਜਿਹੜੀਆਂ ਡਿਸਕੰਟੀਨਿਊਸ ਹੈ ਕਈ ਵਾਰ ਹੋ ਰਹੀਆਂ ਅਤੇ ਕਈ ਵਾਰ ਨਹੀਂ ਹੋ ਰਹੀਆਂ ਮੇ ਅਕਰ ਉਹ ਮੇ ਨੋਟ ਅਕਰ ਕੰਟੀਨਿਊਸਲੀ ਨਹੀਂ ਹੋ ਰਹੀਆਂ ਇਟ ਇਜ਼ ਅ ਡਿਸਕੰਟੀਨਿਊਸ ਸੋ ਜਿਹੜੀਆਂ ਐਲੀਮੈਂਟਰੀ ਸਪੀਸੀਜ਼ ਹੈ ਜਿਹੜੀਆਂ that were produced with some kind of changes are produced in large number to increase the chances of selection by nature ਉਹ large number ਦੇ ਵਿੱਚ ਬਣੀ ਜਾ ਰਹੀ ਹੈ ਅੱਗੇ ਤਾਂ ਕਿ ਉਹਨੂੰ nature select ਕਰ ਸਕੇ mutations are reoccurring so that the same mutants appear again and again ਬਾਰ ਦੁਹਰਾਉਂਦੇ ਆ ਸੈਕੰਡ ਜਨਰੇਸ਼ਨ ਦੇ ਵਿੱਚ ਆਏ ਫਿਰ ਥਰਡ ਜਨਰੇਸ਼ਨ ਦੇ ਵਿੱਚ ਆਏ mutants so this increases the chances of the selection by nature so mutations produced raw materials for evolution ਕਈ ਜਿਹੜੀਆਂ mutations ਹੈ advantageous ਹੈ ਔਰ ਕਈ ਜਿਹੜੀਆਂ ਦੇ ਆਰ ਨੋਨ ਐਡਵਾਂਟੇਜਸ ਹੈ ਉਹਨਾਂ ਦੀ ਕੋਈ ਬੈਨੀਫਿਟਸ ਨਹੀਂ ਹੈ ਕਈ ਮਿਊਟੇਸ਼ਨਸ ਜਿਹੜੀਆਂ ਦੇ ਆਰ ਨਿਊਟਰਲ ਨਾਈਦਰ ਬੈਨੀਫਿਟਸ ਦਿੰਦੀਆਂ ਹੈ ਨਾ ਹੀ ਉਹ ਕੋਈ ਡਿਸਐਡਵਾਂਟੇਜ ਕਰਦੀਆਂ ਸੋ ਮਿਊਟੇਸ਼ਨਸ ਆਰ ਰੈਂਡਮ ਅਚਾਨਕ ਹੀ ਹੋ ਜਾਂਦੀ ਹੈ ਮਿਊਟੇਸ਼ਨ ਸਡਨਲੀ ਅਪੇਅਰ ਹੋ ਜਾਂਦੀਆਂ ਔਰ ਕੋਈ ਉਹਨਾਂ ਦਾ ਡਾਇਰੈਕਸ਼ਨ ਨਹੀਂ ਹੈ ਕਿ ਹੋਣਗੀਆਂ ਜਾਂ ਨਹੀਂ ਹੋ ਰਹੀਆਂ ਡਾਇਰੈਕਸ਼ਨਲੈਸ ਹੈ or without any direction so may cause gain or loss of any character mutants produced are different from the parents and there is no intermediate stages between the two koi intermediate stage nahi hai vichkarla mutants ho gayan that is different from the parents or that are forming a different organism ਸੋ ਮਿਊਟੇਸ਼ਨ ਜਿਹੜੀ ਹੈ ਇੱਕ ਜਰਕੀ ਪ੍ਰੋਸੈਸ ਹੈ ਸਡਨ ਅਪੀਅਰੈਂਸ ਹੋ ਜਾਂਦੀ ਡਿਸਕੰਟੀਨਿਊਸ ਪ੍ਰੋਸੈਸ ਹੈ ਡਿਊਰਾਈਸ ਟਰਮਡ ਸਿੰਗਲ ਲਾਰਜ ਸਟੈਪ ਮਿਊਟੇਸ਼ਨ ਹੈ ਸਾਲਟੇਸ਼ਨ ਇੱਕਦਮ ਕੋਈ ਇਸ ਤਰ੍ਹਾਂ ਦੀ ਮਿਊਟੇਸ਼ਨ ਜਿਹੜੀ ਲਾਰਜ ਸਕੇਲ 'ਤੇ ਹੋ ਜਾਂਦੀ ਹੈ ਦੈਟ ਇਜ਼ ਨੋਨ ਐਜ਼ ਸਿੰਗਲ ਸਟੈਪ ਲਾਰਜ ਮਿਊਟੇਸ਼ਨ ਜਾਂ ਇਹਨੂੰ ਅਸੀਂ ਸੋਲਟੇਸ਼ਨ ਕਹਿੰਦੇ ਹਾਂ there is a jump from one species to another so the new species arise from the pre-existing species in a single generation so is tarah not a gradual process as proposed by Lamarck and Darwinism ਜਿਸ ਤਰ੍ਹਾਂ Lamarck ਜਾਂ Darwinism theory ਦੇ ਵਿੱਚ ਸੀ ਕਿ ਜਿਹੜੀਆਂ ਚੇਂਜਿਸ ਆਉਂਦੀਆਂ they are gradually slowly slow process ਦੇ ਨਾਲ ਚੇਂਜਿਸ ਹੁੰਦੀਆਂ ਬਟ ਇਨ ਕੇਸ ਆਫ ਹਿਊਗੋ ਡੀ ਵੈਰੀਸ ਮਿਊਟੇਸ਼ਨ ਥਿਊਰੀ ਕਿ ਜਿਹੜੀਆਂ ਮਿਊਟੇਸ਼ਨਸ ਹੈ ਦੈਟ ਆਰ ਸਡਨ ਔਰ ਇੱਕਦਮ ਡਿਸਕੰਟੀਨਿਊਸ ਚੇਂਜਿਸ ਹੈ ਔਰ ਇਸ ਚੇਂਜਿਸ ਨੂੰ ਅਸੀਂ ਸੋਲਟੇਸ਼ਨਸ ਕਹਿੰਦੇ ਹਾਂ now what are the evidences in favor of mutation theory ਕਿਹੜੇ ਐਵੀਡੈਂਸ ਹੈ ਜਿਹੜੇ ਇਹਨੂੰ ਫੇਵਰ ਕਰਦੇ ਆ A number of mutations have appeared in nature ਦੇ ਵਿੱਚ ਕਈ ਤਰ੍ਹਾਂ ਦੇ mutations appear ਹੋਏ ਹੈ ਔਰ mutations are also induced which have given rise to new varieties ਔਰ ਇਸ ਤਰ੍ਹਾਂ artificial method ਨਾਲ ਵੀ mutations induce ਕੀਤੇ ਜਾ ਸਕਦੇ ਆ ਜਿਹਦੇ ਨਾਲ new varieties ਤਿਆਰ ਹੋ ਜਾਂਦੀਆਂ ਇਟ mutations theory ਦੇ ਨਾਲ explain ਕੀਤਾ ਜਾ ਸਕਦਾ inheritance of vestigial and other specialized organs ਇਸ ਤਰ੍ਹਾਂ ਦੇ organs ਜਿਹੜੇ body ਦੇ ਵਿੱਚ ਨਹੀਂ ਰਿਕੁਆਇਰਡ ਹੈ ਵੈਸਟੀਜੀਅਲ organs they are passed to the next generation ਇਹ ਵੀ ਐਕਸਪਲੇਨ ਕੀਤੀ ਜਾਂਦੀ ਹੈ ਮਿਊਟੇਸ਼ਨਸ ਦੇ ਨਾਲ ਸੋਰੀ ਮੀਨਸ ਬਾਏ ਮਿਊਟੇਸ਼ਨ ਥਿਊਰੀ ਸੋ ਇਹ ਐਕਸਪਲੇਨ ਕਰਦੀ ਹੈ ਪ੍ਰੋਗਰੈਸਿਵ ਚੇਂਜਿਸ ਕਿਹੜੀਆਂ ਹੋਈਆਂ ਜਾਂ ਰੈਟਰੋਗਰੈਸਿਵ ਚੇਂਜਿਸ ਕਿਹੜੀਆਂ ਹੋਈਆਂ ਦੈਟ ਮੀਨਸ ਕਿ ਪ੍ਰੋਗਰੈਸ ਹੋਈ ਹੈ ਔਰ ਕਿਹੜੀਆਂ ਜਿਹੜੀਆਂ ਰੈਟਰੋਗਰੈਸਿਵ ਹੈ ਜਿਹੜੀਆਂ ਕਿ ਐਡਵਾਂਸ ਤੋਂ ਲੈਸ ਐਡਵਾਂਸਡ
ਇੰਡੀਵਿਜੂਅਲਸ ਨੂੰ ਮੂਵ ਕੀਤੀਆਂ, ਦੈਟ ਇਜ਼ ਰੈਟਰੋਗ੍ਰੈਸਿਵ ਐਵੋਲੂਸ਼ਨ ਵੀ ਸ਼ੋ ਕਰਦੀ ਹੈ। ਅਪੀਅਰੈਂਸ ਆਫ ਸ਼ੋਰਟ ਲੈਗਡ ਸ਼ੀਪ, ਜਿਹੜੀ ਕਿ ਡਵਾਰਫ ਵਰਾਇਟੀ ਹੈ ਸ਼ੀਪ ਦੀ, ਦੈਟ ਇਜ਼ ਨੋਨ ਐਸ ਐਨੋਕੋਨ ਸ਼ੀਪ ਹੈ, ਔਰ ਜਿਹੜੇ ਉਹਦੇ ਪੇਰੈਂਟਸ ਸੀ ਦੈਟ ਵਰ ਲੌਂਗ ਲੈਗਡ, ਔਰ ਇੱਕ ਜਨਰੇਸ਼ਨ ਦੇ ਵਿੱਚ ਐਨੋਕੋਨ ਸ਼ੀਪ ਆਫ ਸਮੋਲ ਸਾਈਜ਼ ਦੀ ਫੋਰਮੇਸ਼ਨ ਹੋਈ ਜਾਂ ਪ੍ਰੋਡਕਸ਼ਨ ਹੋਈ। ਸੋ ਇਟ ਵਾਸ ਫਸਟ ਨੋਟਿਸਡ ਇਨ ਰੈਮ ਮੇਲ ਸ਼ੀਪ। ਅਤੇ ਸੋ ਹੇਅਰ ਇਹ ਡਾਇਗਰਾਮ ਹੈ, ਦਿਸ ਇਜ਼ ਅ ਨੋਰਮਲ ਸ਼ੀਪ, ਦਿਸ ਇਜ਼ ਨੋਰਮਲ ਰੈਮ ਮੇਲ ਸ਼ੀਪ, ਔਰ ਦਿਸ ਇਜ਼ ਅ ਸਮੋਲ ਐਨੋਕੋਨ ਸ਼ੀਪ, ਜਿਹੜੀ ਕਿ ਇਹਨਾਂ ਦੇ ਆਫਸਪ੍ਰਿੰਗ ਹੈ ਦੈਟ ਇਜ਼ ਪ੍ਰੋਡਿਊਸਡ ਵਿਦ ਅ ਸ਼ੋਰਟ ਲੈਗਸ, ਜਾਂ ਬਹੁਤ ਛੋਟੀ ਡਵਾਰਫ ਸਪੀਸੀਜ਼ ਦੀ ਫੋਰਮੇਸ਼ਨ ਹੋਈ। ਸੋ ਨੈਕਸਟ ਹੈ ਮਿਊਟੇਸ਼ਨ ਥਿਊਰੀ ਕੈਨ ਐਕਸਪਲੇਨ ਦੀ ਓਰੀਜਨ ਆਫ ਨਿਊ ਵਰਾਇਟੀਜ਼, ਨਿਊ ਸਪੀਸੀਜ਼। ਸਿੰਗਲ ਜੀਨ ਮਿਊਟੇਸ਼ਨ ਦੇ ਨਾਲ ਕਿਸ ਤਰ੍ਹਾਂ ਨਵੀਂ ਸਪੀਸੀਜ਼ ਦੀ ਫੋਰਮੇਸ਼ਨ ਹੋ ਜਾਂਦੀ ਹੈ, ਜਿਸ ਤਰ੍ਹਾਂ ਕਿ ਰੈੱਡ ਸਨਫਲਾਵਰ ਹੈ ਜਾਂ ਹੇਅਰਲੈਸ ਕੈਟ ਹੈ, ਕਿ ਸਿੰਗਲ ਜੀਨ ਮਿਊਟੇਸ਼ਨ ਦੇ ਨਾਲ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਚੇਂਜਿਸ ਆਉਂਦੀਆਂ। ਸੋ ਦਿਸ ਇਜ਼ ਰੈੱਡ ਫਲਾਵਰ ਸਨਫਲਾਵਰ ਹੈ, ਸਿੰਗਲ ਜੀਨ ਮਿਊਟੇਸ਼ਨ ਹੋਈ, ਐਂਡ ਦਿਸ ਇਜ਼ ਹੇਅਰਲੈਸ ਕੈਟ ਹੈ। ਨਾਓ ਐਵੀਡੈਂਸ ਇਜ਼ ਅਗੇਂਸਟ ਦ ਥਿਊਰੀ ਆਫ ਮਿਊਟੇਸ਼ਨ ਥਿਊਰੀ ਦੇ। ਸੋ ਇਟ ਇਜ਼ ਨੋਟ ਏਬਲ ਟੂ ਐਕਸਪਲੇਨ ਕਿ ਪ੍ਰੋਸੈਸ ਜਿਹੜੀ ਮਿਮਿਕਰੀ ਹੋਈ ਹੈ ਜਾਂ ਫਿਰ ਪ੍ਰੋਟੈਕਟਿਵ ਕਲਰੇਸ਼ਨ ਹੈ ਐਨੀਮਲਸ ਦੇ ਵਿੱਚ, ਆਪਣੇ ਆਪ ਨੂੰ ਇਨਵਾਇਰਮੈਂਟ ਦੇ ਅਕੋਰਡਿੰਗ ਕਲਰ ਮੀਨਸ ਆਪਣੇ ਆਪ ਨੂੰ ਅਡਾਪਟ ਕਰਨਾ, ਚੇਂਜਿਸ ਕਰਨੀਆਂ, ਜਾਂ ਮਿਮਿਕਰੀ ਕਾਪੀ ਕਰਨੀ ਕਿਸੇ ਐਨੀਮਲ ਜਾਂ ਪਲਾਂਟ ਦੀ, ਇਹ ਨਹੀਂ ਐਕਸਪਲੇਨ ਹੋਇਆ। ਦੈਨ ਮੋਸਟ ਆਫ ਦ ਮਿਊਟੇਸ਼ਨਸ ਰਿਸੈਸਿਵ ਹੈ, ਵਾਈਲ ਕਰੈਕਟਰਸ ਟੇਕਿੰਗ ਪਾਰਟ ਇਨ ਦੀ ਐਵੋਲੂਸ਼ਨ ਆਰ ਮੇਨਲੀ ਡੋਮੀਨੈਂਟ ਹੁੰਦੇ ਆ, ਬਟ ਇਹ ਕਈ ਮਿਊਟੇਸ਼ਨ ਜਿਹੜੀਆਂ ਰਿਸੈਸਿਵ ਹੈ ਆਪਣੇ ਆਪ ਨੂੰ ਸ਼ੋ ਕਰਦੀਆਂ, ਦੈਟ ਇਜ਼ ਨੋਟ ਐਕਸਪਲੇਨਡ। ਨੈਚੁਰਲ ਮਿਊਟੇਸ਼ਨਸ ਆਰ ਨੋਟ ਵੈਰੀ ਕੋਮਨ ਐਸ ਹਿਊਗੋ ਡੀ ਵੈਰੀਜ਼ ਥੋਟ, ਜਿਸ ਤਰ੍ਹਾਂ ਕਿ ਨੈਚੁਰਲ ਮਿਊਟੇਸ਼ਨਸ ਜਿਹੜੀਆਂ ਇੰਨੀਆਂ ਕੋਮਨ ਨਹੀਂ ਹੈ ਜਿਸ ਤਰ੍ਹਾਂ ਕਿ ਇਸ ਥਿਊਰੀ ਦੇ ਵਿੱਚ ਸ਼ੋ ਕੀਤੀਆਂ ਗਈਆਂ। ਰੇਟ ਆਫ ਮਿਊਟੇਸ਼ਨ ਬਹੁਤ ਜ਼ਿਆਦਾ ਸਲੋ ਹੁੰਦਾ ਹੈ ਜਾਂ ਵੈਰੀ ਲੋ ਹੁੰਦਾ ਹੈ, ਜਿਸ ਤਰ੍ਹਾਂ ਕਿ 1 ਪਰ ਮਿਲੀਅਨ ਜਾਂ 1 ਪਰ ਸੈਵਰਲ ਮਿਲੀਅਨ ਜੀਨਸ ਹੈ, ਇਹਨਾਂ ਨੂੰ ਫਿਰ ਸਟੱਡੀ ਕਰਨਾ ਕਾਫੀ ਔਖਾ ਹੈ। ਸਿਗਨੀਫਿਕੈਂਸ ਕੀ ਹੈ ਇਸ ਥਿਊਰੀ ਦਾ ਕਿ ਡੀ ਰਾਈਸ ਮਿਊਟੇਸ਼ਨ ਥਿਊਰੀ ਅਸੈਪਟਿਡ ਹੈ, ਕਿਉਂਕਿ ਮਿਊਟੇਸ਼ਨਸ ਵਰ ਫਾਊਂਡ ਟੂ ਬੀ ਇਨਹੈਰੀਟੇਬਲ ਹੈ, ਇਹ ਜਿਹੜੇ ਮਿਊਟੇਸ਼ਨਸ ਦੈਟ ਆਰ ਪਾਸਡ ਫਰੋਮ ਵਨ ਜਨਰੇਸ਼ਨ ਟੂ ਅਨਦਰ। ਸੋ ਐਵੋਲੂਸ਼ਨ ਕੈਨ ਨੋਟ ਅਕਰ ਬਾਏ ਸਿਰਫ ਮਿਊਟੇਸ਼ਨਸ ਦੇ ਨਾਲ ਨਹੀਂ ਐਵੋਲੂਸ਼ਨ ਹੁੰਦੀ, ਨੈਚੁਰਲ ਸਿਲੈਕਸ਼ਨ ਵੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਆਈਸੋਲੇਸ਼ਨ ਆਫ ਮਿਊਟੈਂਟਸ ਆਰ ਆਲਸੋ ਨੈਸੈਸਰੀ ਫੋਰ ਐਵੋਲੂਸ਼ਨ, ਤਾਂ ਕਿ ਉਹ ਨਈ ਸਪੀਸੀਜ਼ ਵੀ ਆਪਣੀਆਂ ਬਣਾ ਸਕਣ। ਸੋ ਨੈਚੁਰਲ ਸਿਲੈਕਸ਼ਨ, ਆਈਸੋਲੇਸ਼ਨ ਆਫ ਮਿਊਟੈਂਟਸ ਐਸ ਵੈਲ ਐਸ this mutation, natural selection and isolation of the mutation, ਇਹ ਤਿੰਨੋਂ ਹੀ important ਹੈ for the evolution to occur.